ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ USA ਤੇ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ GN ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 14 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ, ਖਬਰਾਂ ਦੇ ਵਲਾਈਏ ਤੇ ਸ਼ੁਰੂਆਤ ਕਰੀਏ ਆਪਾਂ ਰਾਜ ਸਭਾ ਦੀ ਚੋਣ ਤੋਂ। ਰਾਜ ਸਭਾ ਦੀ ਚੋਣ ਦੇ ਬਾਰੇ ਜਿਹੜੀਆਂ ਨਾਮਜ਼ਦਗੀਆਂ ਸੀਗੀਆਂ ਜੀ, ਕਹਿੰਦੇ ਉਹ ਤੁਹਾਨੂੰ ਟੰਕੀ ਬਣ ਗਈ ਜੀ। ਬਿਲਕੁਲ ਜੀ। ਆਪਾਂ ਦੇਖ ਰਹੇ ਸੀਗੇ ਕਿ ਰਜਿੰਦਰ ਗੁਪਤਾ ਜੀ ਬਾਰੇ ਕਹਿ ਰਹੇ ਹਾਂ ਆਪਾਂ ਕਿ ਉਹ ਨਿਰਵਿਰੋਧ ਚੁਣੇ ਜਾਣਗੇ। ਕੋਈ ਮਤਲਬ ਕਿ ਉਹਨਾਂ ਦੇ ਬਰੋਬਰ ਲੱਗਦਾ ਨਹੀਂ ਸੀਗਾ ਕਿ ਕੋਈ ਖਲੋਵੇਗਾ। ਪਰ ਉਸ ਤੋਂ ਬਾਅਦ ਹੋਇਆ ਕਿ ਖਬਰ ਆ ਜਾਂਦੀ ਹੈ ਕਿ 3 ਕੁ ਬੰਦੇ ਆ ਗਏ ਨੇ ਜੀ, ਹੋਰ ਮੈਦਾਨ ਦੇ ਵਿੱਚ ਆ ਗਏ। ਫਿਰ ਉਸ ਤੋਂ ਬਾਅਦ ਸਭ ਤੋਂ ਵੱਡਾ ਨਾਮ ਜਿਹੜਾ ਸੀਗਾ ਨਾ ਚਰਚਿਤ ਹੋਇਆ ਨਵਨੀਤ ਚਤੁਰਵੇਦੀ ਦਾ, ਜਿਹਨੇ ਜੀਓ ਪੋਲਿਟਿਕਸ ਪੁਸਤਕ ਲਿਖੀ ਆ। ਇਹ ਬੰਦੇ ਦਾ ਜਿਵੇਂ ਨਾਂ ਹਾਈਲਾਈਟ ਹੋ ਗਿਆ, ਮੈਂ ਪਹਿਲਾਂ ਹੀ ਕਹਿਤਾ, ਮੈਂ ਕਿਹਾ ਲਓ ਜੀ ਅੱਜ ਸਾਰਾ ਦਿਨ, ਜਿਵੇਂ ਉਹ ਗਾਣਾ ਸੀ ਨਾ, ਤੇਰੇ ਹੋਏ ਸਵੇਰੇ ਦਰਸ਼ਨ ਨਹੀਂ, ਅੱਜ ਦਿਨ ਵਧੀਆ ਲੰਘੂਗਾ। ਮੈਂ ਕਿਹਾ ਲਓ ਜੀ ਆਹ ਬੰਦਾ ਅੱਜ ਦਾ ਪੂਰਾ ਦਿਨ ਪੰਜਾਬੀਆਂ ਦਾ ਜੀ ਲਵਾਈ ਰੱਖੂਗਾ। ਕਿਉਂਕਿ ਇਸ ਬੰਦੇ ਨੂੰ ਮੈਂ ਬਹੁਤ ਸਾਲਾਂ ਤੋਂ ਜਾਣਦਾ ਵਾਂ, ਬਹੁਤ ਲੰਬੇ ਸਮੇਂ ਤੋਂ ਫੋਲੋ ਕਰਦਾ ਹਾਂ। ਬੀਤੇ ਦਿਨੀ ਮੇਰੇ ਨਾਲ ਅਖਬਾਰ 'ਚ ਕੰਮ ਕਰਦਾ ਸੀਗਾ ਕੋਈ ਲੁਧਿਆਣੇ ਤੋਂ ਪੱਤਰਕਾਰ, ਤੇ ਉਸ ਟਾਈਮ ਉਹ ਦਫ਼ਤਰ 'ਚ ਕੰਮ ਕਰਦਾ ਸੀਗਾ। ਬਹੁਤ ਵਧੀਆ ਮਤਲਬ ਕਿ ਉਹਦਾ ਅਹੁਦਾ ਸੀਗਾ। ਉਸ ਤੋਂ ਬਾਅਦ ਮੈਂ ਇੱਧਰ ਆ ਤੇ ਉਹ ਆਪਣਾ ਮਤਲਬ ਕਿ ਚੈਨਲ ਚਲਾਉਂਦਾ ਹੈ। ਤਾਂ ਉਸਨੇ ਮੈਨੂੰ ਕੁਝ ਦਿਨ ਪਹਿਲਾਂ, ਲਗਭਗ ਹਫ਼ਤਾ ਪਹਿਲਾਂ, ਇੱਕ ਗੱਲ ਕਹੀ ਕਿ ਇਹ ਬੰਦਾ ਇਸ ਤਰ੍ਹਾਂ ਦਾਅਵਾ ਕਰ ਰਿਹਾ, ਮੈਂ ਖਬਰ ਫਲੈਸ਼ ਕਰ ਦੇਵਾਂ। ਮੈਂ ਕਿਹਾ ਬਾਈ ਤੂੰ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਜੀ ਜੀ। ਕਹਿੰਦਾ ਕਿ ਉਹ 68 ਵਿਧਾਇਕ ਕਿ ਪਤਾ ਨਹੀਂ 64 ਵਿਧਾਇਕ ਕਹਿੰਦਾ ਹੈ। ਮੈਂ ਕਿਹਾ ਬਾਈ ਮੈਂ ਕੋਈ ਸਲਾਹ ਨਹੀਂ ਉਹ ਦਿੰਦਾ ਇਸ ਮਾਮਲੇ ਦੇ ਵਿੱਚ। ਇਹ ਬੜਾ ਆਦਮੀ ਜਿਹੜਾ ਹੈ ਨਾ ਪਹੁੰਚੀ ਹੋਈ ਚੀਜ਼ ਆ, ਟੇਢੀ ਖੀਰ ਹੈ। ਹਾਂਜੀ। ਤੇ ਮੈਂ ਕਿਹਾ ਬਾਈ ਆਪਦੀ ਤੂੰ ਦੇਖ ਲਾ, ਜਿਹਦੇ ਕੋਲ 68 ਹੈ, ਮੈਂ ਕਿਹਾ ਉਹ ਸਰਕਾਰ ਦੇਖ ਕੇ ਤੇ ਆਪਦਾ ਮੁੱਖ ਮੰਤਰੀ ਕਿਉਂ ਨਹੀਂ ਬਣਾ ਸਕਦਾ। ਸਹੀ ਹੈ, ਬਿਲਕੁਲ। ਤੇ ਜਿਹੜੇ 68 ਉਧਰ ਜਾਣ ਨੂੰ ਫਿਰਦੇ ਆ, ਉਹ ਭਾਜਪਾ ਬੰਨੀ ਕਿਉਂ ਨਾ ਜਾਣਗੇ ਸਿੱਧੇ। ਸਹੀ। ਅਮਿਤ ਸ਼ਾਹ ਬੰਨੀ ਕਿਉਂ ਨਾ ਜਾਣਗੇ। ਉਹ 68 ਜਾਂ 64 ਜਿਹੜੇ ਆ ਉਹ ਬਾਜਵੇ ਹੋਰਾਂ ਨਾਲ ਕਿਉਂ ਨਾ ਜਾਣਗੇ, ਜਿਨ੍ਹਾਂ ਦੇ ਕੋਲ 15-20 ਆਪਦੇ ਆ। ਤੇ ਉਹ ਨਾਲੇ ਸਾਲ 1.5 ਸਾਲ ਹੁਣ ਜਦੋਂ ਰਹਿ ਗਿਆ ਹਾਲੇ ਸਰਕਾਰ ਦਾ, ਉਹ ਕਿਉਂ ਜਾਣਗੇ। ਤੇ ਜੇ ਇਹੀ ਆ ਤਾਂ ਉਹ ਫਿਰ ਮਾਨ ਦੇ ਨਾਲ ਕਿਉਂ ਨਹੀਂ ਚੱਲੇਗਾ। ਜੇ ਅੱਜ ਚਤੁਰਵੇਦੀ ਇਹ ਗੱਲ ਕਹਿੰਦਾ ਆ ਕਿ ਬਈ ਉਹ ਲੋਕਾਂ ਦੇ ਵਿੱਚ ਜਾਣ ਜੋਗੇ ਰਹਿ ਜਾਣਗੇ, ਤਾਂ ਪ੍ਰਵੀਨ ਜੀ ਬੜਾ ਸਰਲ ਆ, ਬੜਾ ਮਤਲਬ ਕਿ ਸਾਦਾ ਆਪਣਾ ਇੱਕ ਲੌਜਿਕ ਹੋ ਸਕਦਾ ਹੈ ਨਾ, ਕਿ ਫਿਰ ਮਾਨ ਦੇ ਨਾਲ ਆਉਣ 'ਚ ਤੇ ਉਹਨਾਂ ਨੂੰ ਲੋਕਾਂ 'ਚ ਜਾਣ 'ਚ ਦੁੱਗਣਾ ਵਾਧਾ ਸੀ। ਜੀ ਸਹੀ ਹੈ। ਬਲਕਿ ਲੌਜੀਕਲੀ ਸੋਚੀਏ ਨਾ, ਅਸੀਂ ਪੰਜਾਬੀ ਲੌਜਿਕ ਲਾ ਕੇ ਇਸ ਚੀਜ਼ ਨੂੰ ਵਿਚਾਰੀਏ ਕਿ ਚਤੁਰਵੇਦੀ ਕੀ ਚੁਤਰਾਈ ਕਰ ਰਿਹਾ। ਅੱਛਾ, ਦੂਜਾ ਮਾਮਲਾ ਜਿਹੜਾ ਸੀਗਾ ਕਿ ਇਸਨੇ ਅੱਜ ਤੋਂ ਕੋਈ 6-7 ਸਾਲ ਪਹਿਲਾਂ ਇੱਕ ਦਾਅਵਾ ਕੀਤਾ ਸੀਗਾ ਕਿ 200 ਟਨ ਸੋਨਾ ਨਰਿੰਦਰ ਮੋਦੀ ਨੇ ਗਹਿਣੇ ਰੱਖਤਾ ਹੈ। ਠੀਕ ਹੈ। ਉਹ ਮੈਂ BBC ਦੇ ਵਿੱਚ ਜਦੋਂ ਸਟੋਰੀ ਪੜ੍ਹੀ ਤਾਂ ਮੈਂ ਮਤਲਬ ਕਿ ਉਸ ਨੂੰ ਦੇਖਿਆ ਚੰਗੀ ਤਰ੍ਹਾਂ,
ਤੇ ਅੱਜ ਵੀ ਤੁਹਾਨੂੰ ਮੈਂ ਇੱਕ ਉਹਦਾ ਦੱਸ ਦਿੰਨਾ, ਜੇ ਉਹਨੂੰ ਕਸੌਟੀ ਤੇ ਪਰਖਣਾ ਹੋਵੇ, ਕਿ ਬੈਂਕ ਆਫ ਇੰਗਲੈਂਡ ਦੇ ਵਿੱਚੋਂ ਤਾਂ ਬਹੁਤ ਸਾਰੇ ਮੁਲਕ ਜਿਹੜੇ ਆ ਉਹ ਸੋਨਾ ਵਾਪਸ ਲਿਆ ਰਹੇ। ਇਹਦਾ ਮਤਲਬ ਕਿ ਗਹਿਣੇ ਨਹੀਂ ਸੀ ਰੱਖਿਆ। ਬਹੁਤ ਸਾਰੇ ਬੈਂਕਾਂ ਨੇ ਦੇਸ਼ਾਂ ਨੇ ਬੈਂਕ ਆਫ ਇੰਗਲੈਂਡ ਦੇ ਵਿੱਚ ਆਪਦਾ 골ਡ ਸੰਭਾਲਿਆ ਹੋਇਆ ਸੀ। ਸਾਰਾ 골ਡ ਦਾ ਰੇਟ ਤਾਂ ਹੀ ਚੜ ਰਿਹਾ ਨਾ, ਕਿਉਂਕਿ ਡਾਲਰ ਦੀ ਲੜਾਈ ਦੇ ਵਿੱਚ ਅਸਲ ਚ ਕੀ ਆ ਕਿ ਇਹ ਮੁਲਕ ਜਿਹੜੇ ਆ ਉਹ ਆਪਣਾ 골ਡ ਭੰਡਾਰ ਹੁਣ ਤਗੜਾ ਕਰ ਰਿਹਾ। ਇੰਡੀਆ ਨੇ ਵੀ ਬਹੁਤ ਸਾਰਾ 골ਡ ਭੰਡਾਰ ਤਗੜਾ ਕੀਤਾ ਆਪਣਾ, ਤਾਂ ਫਿਰ ਤੁਸੀਂ ਉਸ ਨੂੰ ਕਸੌਟੀ ਤੇ ਤਾਰਕਿਕ ਤਰੀਕੇ ਨਾਲ ਦੇਖ ਲਓ ਜੀ। ਤਾਂ ਉਸ ਪੁਸਤਕ ਤੇ ਵੀ ਤੁਸੀਂ ਦੇਖ ਲਓ, ਬੜੇ ਵੱਡੇ ਵੱਡੇ ਦਾਅਵੇ ਸਨ। ਮੈਂ ਉਧਰ ਨਹੀਂ ਜਾਵਾਂਗਾ, ਬੜਾ ਵੱਡਾ ਵਿਸ਼ਾ ਬਣ ਜਾਏਗਾ। ਤਾਂ ਖੈਰ ਹੁਣ ਆ ਜਾਓ ਨੌਟੰਕੀ ਤੇ। ਉਹ ਬੰਦੇ ਨੇ ਪਹਿਲਾਂ ਭਰੀ ਨਾਮਜ਼ਦਗੀ ਤਾਂ 10 ਦੇ ਨਾਮ, ਤੇ 10 ਦੇ ਦੁਬਾਰਾ ਨਾਮ 20 ਦੇ ਨਾਮ, ਤੇ FIR ਰਾਤ ਹੀ ਹੋ ਗਈ ਸੀ ਕੱਲ ਗੁਰਪ੍ਰੀਤ ਬਣਾਵਾਲੀਆ ਨੇ। ਮੈਂ ਕਈ ਵਿਧਾਇਕਾਂ ਦੇ ਨਾਲ ਗੱਲ ਕੀਤੀ। ਦੇਖੋ, ਆਮ ਆਦਮੀ ਪਾਰਟੀ ਦਾ ਕ੍ਰਿਟਿਕ ਜ਼ਰੂਰ ਹੈ, ਪਰ ਅੱਖਾਂ ਤੇ ਪੱਟੀ ਬੰਨ ਕੇ ਨਹੀਂ ਚੱਲਦਾ। ਬਹੁਤ ਸਾਰੇ MLAs ਉਹ ਕਹਿੰਦੇ ਯਾਰ ਕਿ ਅਸੀਂ ਦੇਖਿਆ ਹੀ ਨਹੀਂ, ਕਦੇ ਬੰਦਾ ਹੀ ਨਹੀਂ ਦੇਖਿਆ, ਅਸੀਂ ਮਿਲੇ ਨਹੀਂ। ਉਹ ਕਹਿੰਦਾ ਜੀ ਕਿ ਦਿੱਲੀ ਆਉਂਦੇ ਜਾਂਦੇ ਸੀ ਮੇਰੇ ਨਾਲ ਸੰਪਰਕ ਚ ਆ। ਯਾਰ ਇਹਦੇ ਸੰਪਰਕ ਚ ਆਏ ਹੁੰਦੇ ਤੇ ਕੇਜਰੀਵਾਲ ਨੂੰ ਪਤਾ ਨਾ ਲੱਗਿਆ ਹੁੰਦਾ, ਜਿਹਨੂੰ ਇੱਥੋਂ ਦੀਆਂ ਸਾਰੀਆਂ ਗਤੀਵਿਧੀਆਂ ਦੀ ਸੂਚਨਾ ਪ੍ਰਾਪਤ ਹੁੰਦੀ ਹੈ ਕਿ ਕੋਈ ਬੰਦਾ ਯਾਰ ਇੱਧਰ ਉੱਧਰ ਸਾਡਾ MLA ਮਿਲ ਰਿਹਾ ਹੈ, ਤੇ ਇੱਕ ਬੰਦੇ ਨੂੰ 60-65 ਸਾਡੇ MLA ਮਿਲ ਰਹੇ। ਔਰ ਕੁੰਵਰ ਵਿਜੇ ਦਾ ਨਾਮ ਹੈ ਵਿੱਚ। ਕੁੰਵਰ ਵਿਜੇ ਤਾਂ ਆਮ ਆਦਮੀ ਪਾਰਟੀ ਤੋਂ ਇੱਕ ਤਰ੍ਹਾਂ ਨਾਲ ਅੱਡ ਨੇ ਬਿਲਕੁਲ। ਦੂਜਿਆਂ ਤੇ ਚਲੋ ਆਪਾਂ ਯਕੀਨ ਨਾ ਕਰੀਏ, ਕੁੰਵਰ ਵਿਜੇ ਤੇ ਆਜ਼ਾਦ ਹੈ ਨਾ ਇੱਕ ਤਰ੍ਹਾਂ ਨਾਲ। ਤੂੰ ਤਾਂ ਕਹਿੰਦੀ ਸੀ ਬਰਬਾਦ ਹੋ ਗਿਆ, ਤੂੰ ਕੀ ਜਾਣੇ ਪੰਛੀ ਤੇ ਆਜ਼ਾਦ ਹੋ ਗਿਆ, ਉਹ ਤੇ ਆਜ਼ਾਦ ਆ ਜੀ। ਫਿਰ ਉਹੀ ਹੈ ਨਾ ਗੱਲ। ਸੋ ਅੱਜ ਇਹਦੇ ਤੇ ਜਦੋਂ ਮੁਕੱਦਮਾ ਦਰਜ ਹੋ ਕੇ ਪੁਲਿਸ ਚੜ ਕੇ ਆਈ ਇਹਨੂੰ ਫੜਨ ਵਾਸਤੇ, ਉਥੇ ਸੁਖਨਾ ਦੇ ਲਾਗੇ UT ਪੁਲਿਸ ਨੇ ਇਹਨੂੰ ਪ੍ਰੋਟੈਕਟ ਕਰ ਲਿਆ। ਅੱਛਾ, ਇਹਨੂੰ ਤੇ ਮਿਲ ਗਿਆ ਗਨਮੈਨ। ਵਾਹ। ਹੁਣ ਦੇਖੋ ਸਹੀ ਗੇਮ ਕੀ ਹੈ। ਤੇ ਜਿਹੜਾ ਇੱਕ ਪੱਤਰਕਾਰ ਸੀ, ਬਹੁਤ ਤੁਹਾਨੂੰ ਪਤਾ ਹੀ ਆ, ਬਾਅਦ ਦੇ ਵਿੱਚ ਉਹ ਚਲਾ ਗਿਆ ਸੀਗਾ, ਇੱਥੋਂ ਮੂਵ ਹੋ ਗਿਆ ਸੀ। ਉਹਦਾ ਭਰਾ ਇੱਥੇ ਬਹੁਤ ਵੱਡੇ ਅਦਾਰੇ 'ਚ ਹੁੰਦਾ ਸੀਗਾ, ਠੀਕ ਹੈ ਨਾ। ਉਹਦਾ ਇੱਕ ਭਰਾ ਪੁਲਿਸ ਦੇ ਵਿੱਚ ਵੀ ਆ, ਕਿਉਂਕਿ ਉਹਨਾਂ ਦਾ ਪਿਓ ਖਾੜਕੂਵਾਦ 'ਚ ਮਰਿਆ ਸੀ। ਤੇ ਉਹਦੇ ਬਾਅਦ ਫਿਰ ਉਹਨੂੰ ਮਤਲਬ ਕਿ ਜੌਬ ਮਿਲੀ ਹੋਈ ਆ, ਤੇ ਉਹ ਅਕਸਰ ਅੱਗੇ ਯੂਨੀਵਰਸਿਟੀ ਦੇ ਵਿੱਚ ਵੀ ਉਹਦੀ ਵੀਡੀਓ ਵਾਇਰਲ ਹੋਈ ਸੀ। ਉਹਦੀ ਸਿੱਧੀ SP ਰੋਪੜ ਦੇ ਨਾਲ ਤਲਕ ਕਲਾਮੀ ਹੋਈ ਆ। ਯਾਨੀ ਕੁਝ ਲੋਕ ਤੇ ਇਹ ਕੁਝ ਮੀਡੀਆ ਵਾਲੇ ਵੀ ਇਹ ਕਹਿ ਰਹੇ ਨੇ ਕਿ ਪਿਸਟਲਾਂ ਤਾੜ ਦਿੱਤੀਆਂ ਇੱਕ ਦੂਜੇ ਤੇ ਪੁਲਿਸ ਵਾਲਿਆਂ ਨੇ। ਅੱਛਾ, ਬਹੁਤ ਵੱਡੀ ਬਹਿਸ ਹੋਈ ਹੈ। ਤੁਸੀਂ ਦੇਖੋ ਨਵਨੀਤ ਚਤੁਰਵੇਦੀ ਨੂੰ ਲੈ ਕੇ, ਤੇ ਜਿਸ ਗੱਡੀ 'ਚ ਉਹਨੂੰ ਵਾਇਆ ਗਿਆ ਸੀ, ਉਸ ਗੱਡੀ ਦੇ ਵਿੱਚ ਉਹ ਆਪ ਬਹਿ ਗਿਆ ਇੰਸਪੈਕਟਰ। SP ਕਹਿੰਦਾ ਮੇਰੀ ਗੱਡੀ 'ਚ ਉਤਰ। ਕਮਾਲ ਦੇਖੋ। ਤੇ ਫਿਰ ਜਿਹੜੀ ਬੀਬੀ ਕਮਰਦੀਪ ਕੌਰ ਹੈ SSP ਚੰਡੀਗੜ੍ਹ, ਉਹ ਪਹੁੰਚੀ ਮੌਕੇ ਤੇ। ਠੀਕ ਹੈ। ਫਿਰ ਜਾ ਕੇ ਉਹ ਇੰਸਪੈਕਟਰ ਨਿਕਲਿਆ, ਉਹ ਕਹਿੰਦਾ ਮੈਂ ਡਰਦਾ ਹੀ ਨਹੀਂ ਕਿਸੇ ਤੋਂ। ਇੱਕ ਇੰਸਪੈਕਟਰ ਪੰਜਾਬ ਪੁਲਿਸ ਦੇ SP ਨੂੰ ਦਾਬੇ ਮਾਰ ਰਿਹਾ। ਉਸ ਤੋਂ ਬਾਅਦ ਬੀਬੀ ਨੇ ਆਖਿਆ SSP ਸਾਹਿਬਾ ਨੇ ਕਿ ਸਾਰੇ ਤੁਸੀਂ ਕਾਗਜ਼ਾਤ ਲੈ ਕੇ ਥਾਣੇ ਪਹੁੰਚੋ। ਹੁਣ ਥਾਣੇ 'ਚ ਬੈਠੀਆਂ ਦੋਨੇ ਪੁਲਿਸ ਫੋਰਸਾਂ। ਠੀਕ ਹੈ। ਇਹ ਕਹਿੰਦੇ ਆ ਕਿ ਸਾਡੇ ਕੋਲ ਗ੍ਰਿਫਤਾਰੀ ਦਾ ਵਾਰੰਟ ਹੈ ਇਹਦਾ, ਕਿ ਇਹਨੇ ਜਾਲੀ ਦਸਤਖਤ ਕਰ ਦਿੱਤੇ ਆ। ਤੇ ਦੂਜੇ ਪਾਸੇ ਉਹਦੀ ਨਾਮਜ਼ਦਗੀ ਰੱਦ ਹੋਣ ਦਾ ਵੀ ਸਮਾਚਾਰ ਆ ਰਿਹਾ ਸੀਗਾ। ਤਾਂ ਕੁੱਲ ਮਿਲਾ ਕੇ ਪ੍ਰਵੀਨ ਜੀ ਨੌਟੰਕੀ ਹੋਰ ਨਹੀਂ ਤੇ ਹੋਰ ਕੀ ਹੈ, ਮੈਨੂੰ ਦੱਸੋ। ਬਿਲਕੁਲ। ਉਹ ਪੁਲਿਸ ਵਾਲੇ ਕਹਿੰਦੇ ਹੁਣ ਅਸੀਂ ਦੇਣਾ ਨਹੀਂ ਤੁਹਾਨੂੰ, ਉਹ ਬੱਗੇ ਵਾਲਾ ਮਾਮਲਾ ਬਣ ਗਿਆ ਅਸਲ 'ਚ। ਹਾਂਜੀ ਹਾਂਜੀ, ਉਹ ਬੱਗੇ ਵਾਲਾ ਸੀਗਾ, ਤੇ ਇਹ ਮੈਨੂੰ ਲੱਗਦਾ ਕਿ ਹੁਣ ਚਤੁਰਵੇਦੀ ਵਾਲਾ ਬਣ ਜਾਣਾ। ਇੱਕ ਇਹ ਵੀ ਇਤਿਹਾਸ 'ਚ ਲਿਖਿਆ ਜਾਣਾ। ਤਾਂ ਚੰਡੀਗੜ੍ਹ ਪੁਲਿਸ ਨੇ ਜਿਹੜੇ ਬੰਦੇ ਦੇ ਕਾਗਜ਼ਾਤ ਰੱਦ ਹੋ ਗਏ ਵਿਧਾਨ ਸਭਾ 'ਚ, ਉਸਨੂੰ ਕਿਵੇਂ ਪ੍ਰੋਟੈਕਸ਼ਨ ਦਿੱਤੀ ਯਾਰ, ਕਮਾਲ ਦੀ ਗੱਲ ਹੈ। ਉਹਦੇ ਕੋਲ ਵਕੀਲ ਨੇ ਆਪਣੇ ਬਕਾਇਦਾ। ਮੈਂ ਤਾਂ ਦੇਖਿਆ ਕਿ ਨਾਲ ਦੀ ਨਾਲ ਥਾਣੇ 'ਚ ਵਕੀਲ ਪਹੁੰਚ ਗਏ ਨੇ ਜੀ। ਤਾਂ ਸਮਝ ਤੋਂ ਬਾਹਰ ਹੈ ਗੱਲ। ਪਰ ਜੋ ਮਰਜ਼ੀ ਆ, ਆਮ ਆਦਮੀ ਪਾਰਟੀ ਨੂੰ ਵਕਤ 'ਚ ਪਾਤਾ ਉਸ ਬੰਦੇ ਨੇ। ਜੀ ਸਹੀ ਹੈ। ਨੀਂਦ ਇਹਨਾਂ ਦੀ ਮਤਲਬ ਨੀਂਦ ਚੁਰਾਈ ਤੂਨੇ ਚੈਨ ਚੁਰਾਇਆ ਮੇਰਾ। तो मतलब कि दसते आ कि रात अरविंद केजरीवाल अमन अरोड़ा भगवंत मान हॉटलाइन ते एक दूजे नाल जुड़े रहे ने कि की चल रहा है जी। ते रजिंदर गुप्ता दी जिहड़ी घरों आ बीबी मधु उसते कागज भी भराए गए ने कल।
ਕਿ ਕਿਤੇ ਕੋਈ ਖੇਲਾ ਨਾ ਹੋ ਜਾਵੇ। ਜੀ ਬਹੁਤ ਮਤਲਬ ਕਿ ਇੱਕ ਜਿੱਦਾਂ ਕਹਿ ਲਈਏ ਕਿ ਦਿਲਚਸਪ ਐਪੀਸੋਡ ਹੈ ਇਹ ਵੀ ਇਹਨਾਂ ਦੇ ਰਾਜ ਦੇ ਵਿੱਚ। ਤਾਂ ਨਵਨੀਤ ਚਤੁਰਵੇਦੀ ਜਿਹੜੇ ਆ ਐਸੀ ਉਹਨੇ ਕਲਾ ਖੇਡੀ ਆ ਕਿ ਹੁਣ ਆਮ ਆਦਮੀ ਪਾਰਟੀ ਸਖਤੇ ਚ ਹੈ ਕਿ ਹੂੰ ਬਈ ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਬਕਾਇਦਾ ਜੀ ਜੀ ਕਿ ਜੀ ਸਾਡੇ ਨਾਲ ਯਾਰ ਇਹ ਹੋ ਕੀ ਗਿਆ। ਤੇ ਪਰ ਮੈਂ ਕੁਝ ਐਮਐਲਏ ਜਿਨ੍ਹਾਂ ਦਾ ਨਾਮ ਆਇਆ ਉਹਨਾਂ ਦੇ ਨਾਲ ਜਦੋਂ ਗੱਲ ਕੀਤੀ ਉਹ ਕਹਿੰਦੇ ਕਿ ਸੱਚ ਜਾਣਿਓ ਅਸੀਂ ਇਸ ਬੰਦੇ ਨੂੰ ਚੱਜ ਨਾਲ ਵੇਖਿਆ ਨਹੀਂ, ਅਸੀਂ ਤਾਂ ਗੂਗਲ ਕਰ ਕਰਕੇ ਵੇਖਣ ਡਏ ਆ ਕਿ ਚੀਜ਼ ਕੀ ਹੈ। ਜੀ ਬਿਲਕੁਲ। ਤੇ ਮਿੰਟੂ ਜੀ ਗੱਲ ਕਰੀਏ ਹਰਿਆਣੇ ਦੀ। ਹਰਿਆਣੇ ਦੇ ਵਿੱਚ ਪਹਿਲਾਂ ਹੀ ਇੱਕ ਜਿਹੜਾ ਪੁਲਿਸ ਅਫਸਰ ਆ ਖੁਦਕੁਸ਼ੀ ਕਰ ਗਿਆ, ਤੇ ਉਹਦੇ ਕਰਕੇ ਆਪਾਂ ਵੇਖਿਆ ਵੀ ਪਰਿਵਾਰ ਇਨਸਾਫ ਮੰਗ ਰਿਹਾ ਤੇ ਹਰਿਆਣਾ ਸਰਕਾਰ ਕਸੂਤੀ ਘਿਰੀ ਵੀ ਹੈ। ਇੱਕ ਹੋਰ ਪੁਲਿਸ ਖੁਦਕੁਸ਼ੀ ਹੋ ਗਿਆ ਜੀ ਹਰਿਆਣੇ ਦੇ ਵਿੱਚ ਵੀ, ਤੇ ਪੰਜਾਬ ਦੇ ਵਿੱਚ ਵੀ ਸੁਣਦੇ ਆ ਇੱਕ। ਹਮ। ਦੇਖੋ ਗੱਲ ਇਹ ਆ ਕਿ ਇਸ ਵੇਲੇ ਜੇ ਆਪਾਂ ਦੇਖੀਏ ਇਸ ਖਬਰ ਦੀ ਪੂਰੇ ਮੁਲਕ ਦੇ ਵਿੱਚ ਚਰਚਾ ਹੈ, ਜੀ ਪੂਰੇ ਮੁਲਕ ਦੇ ਵਿੱਚ। ਹੂੰ ਪ੍ਰਵੀਨ ਜੀ ਅੱਜ ਦੀ ਘੜੀ ਦੇ ਵਿੱਚ ਜਿਹੜੀ ਅਪਡੇਸ਼ਨ ਹੈ ਇਸ ਮਾਮਲੇ ਦੇ ਵਿੱਚ ਉਹ ਇਹ ਆ ਕਿ ਚੰਡੀਗੜ੍ਹ ਕੋਰਟ ਦਾ ਜੋ ਆਈਪੀਐਸ ਪੂਰਨ ਹੈ ਉਹਨਾਂ ਦੀ ਪਤਨੀ ਅਮਨੀਤ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਦੱਸਿਆ ਸੀਗਾ ਆਪਾਂ ਕੱਲ ਹੀ ਕਿ ਹਾਂਜੀ ਗੱਲ ਕੀਤੀ। ਕੋਰਟ ਦਾ ਨੋਟਿਸ, ਹਾਂਜੀ ਕਿ ਉਹ ਪੰਜਾਬਣ ਹੈ ਹੂੰ ਤੇ ਇੱਕ ਵਿਧਾਇਕ ਅਮਿਤ ਰਤਨ ਕੋਟ ਫੱਤਾ ਦੀ ਉਹ ਸਿਸਟਰ ਹੈ। ਜੀ ਤਾਂ ਵਾਈ ਪੂਰਨ ਕੁਮਾਰ ਦੇ ਸੁਸਾਈਡ ਦੇ 8ਵੇਂ ਦਿਨ ਪੋਸਟਮਾਰਟਮ ਤੇ ਨਹੀਂ ਹੋ ਸਕਿਆ। ਨਾਇਬ ਸੈਣੀ ਜਿਹੜੇ ਆ ਸੀਐਮ ਜੀ ਮੰਤਰੀਆਂ ਤੇ ਵਿਧਾਇਕਾਂ ਦੇ ਨਾਲ ਅੱਜ ਮੀਟਿੰਗ ਕਰ ਰਹੇ ਸੀਗੇ। ਡੀਜੀਪੀ ਨੂੰ ਛੁੱਟੀ ਤੇ ਭੇਜਿਆ ਗਿਆ। ਕਾਫੀ ਅਪਡੇਸ਼ਨ ਨੇ, ਮੈਂ ਸ਼ਾਰਟ 'ਚ ਦੱਸ ਰਿਹਾ, ਹੂੰ ਠੀਕ ਹੈ ਜੀ। ਤੇ ਦੂਜੇ ਪਾਸੇ ਚੰਡੀਗੜ੍ਹ ਕੋਰਟ ਦਾ ਵੀ ਪੂਰਨ ਦੀ ਪਤਨੀ ਨੂੰ ਅਮਨੀਤ ਨੂੰ ਨੋਟਿਸ ਆ ਗਿਆ ਕਿ ਹੁਣ ਇਹਨਾਂ ਨੇ ਜਾ ਕੇ 15 ਤਰੀਕ ਨੂੰ ਜਵਾਬ ਫਾਈਲ ਕਰਨਾ ਹੈ ਕੱਲ ਨੂੰ। ਜੀ ਤੇ ਜੇ ਮੰਨ ਲਓ ਇਹ ਜਵਾਬ ਸੰਤੁਸ਼ਟ ਨਹੀਂ ਕਰਵਾ ਸਕੇਗਾ ਤਾਂ ਕੋਰਟ ਆਰਡਰ ਦੇ ਸਕਦਾ ਹੁੰਦਾ ਹੈ ਨਾ ਹੂੰ ਕਿ ਭਾਈ ਤੁਸੀਂ ਸੰਸਕਾਰ ਕਰੋ ਜਾਂ ਪੋਸਟਮਾਰਟਮ ਕਰਵਾਓ ਵਗੈਰਾ ਵਗੈਰਾ। ਤਾਂ ਯਾਨੀ ਜੀ ਇੱਕ ਕਾਨੂੰਨੀ ਲੜਾਈ ਵੀ ਜਿਹੜੀ ਸ਼ੁਰੂ ਹੋ ਗਈ। ਰਾਹੁਲ ਗਾਂਧੀ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਅੱਜ ਚਿਰਾਗ ਪਾਸਵਾਨ ਵੀ ਪਹੁੰਚੇ ਹੋਏ ਸਨ। ਨੇਤਾਵਾਂ ਤਾਂ ਉੱਥੇ ਤਾਂਤਾ ਲੱਗਿਆ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤਾਂ ਖੈਰ ਮਾਮਲਾ ਇੱਥੇ ਜੀ ਉਲਝਿਆ ਹੈ ਕਿ ਇਹਨਾਂ ਨੇ ਅੱਜ ਡੀਜੀਪੀ ਛੁੱਟੀ ਤੇ ਘਲਾਇਆ, ਐਸਪੀ ਨੂੰ ਗ੍ਰਿਫਤਾਰ ਕਰਨ ਦੀ ਵੀ ਡਿਮਾਂਡ ਹੈ ਪਰਿਵਾਰ ਦੀ। ਮੋਦੀ ਸਾਹਿਬ ਦਾ ਵਿਜ਼ਿਟ ਸੀ, ਫਿਲਹਾਲ ਜਿਹੜਾ ਹੈ ਨਾ ਉਹ ਟਲ ਗਿਆ ਲੱਗਦਾ ਹੈ। ਤਾਂ ਜੀ ਇੱਧਰ ਇੱਕ ਹੋਰ ਬਹੁਤ ਵੱਡਾ ਮਾਮਲਾ ਬਣ ਗਿਆ। ਹਰਿਆਣੇ ਦੇ ਵਿੱਚ ਇੱਕ ਏਐਸਆਈ ਖੁਦਕੁਸ਼ੀ ਕਰਦਾ ਹੈ ਸਾਹਿਬ, ਅੱਛਾ ਤੇ ਮਰਨ ਤੋਂ ਪਹਿਲਾਂ ਵੀਡੀਓ ਬਣਾਉਂਦਾ ਹੈ ਤੇ ਮਤਲਬ ਕਿ ਖੇਤ ਦੇ ਇੱਕ ਸ਼ਾਇਦ ਕਮਰੇ ਜਿਹੇ 'ਚ ਉਹਦਾ ਵੀਡੀਓ ਆ ਤੇ ਮੈਂ ਵੇਖਿਆ ਪੂਰਾ ਵੀਡੀਓ। ਉਹਦੇ ਵਿੱਚ ਉਹ ਕਹਿੰਦਾ ਆ ਜੋ ਮਤਲਬ ਕਿ ਉਹਦਾ ਨੋਟ ਵੀ ਹੈ, ਸੁਸਾਈਡ ਨੋਟ ਵੀ ਆ। ਜੀ ਜੀ ਸਾਈਬਰ ਸੈੱਲ ਦੇ ਵਿੱਚ ਸ਼ਾਇਦ 1 ਸਾਲ ਤੋਂ ਇਹ ਤੈਨਾਤ ਸੀਗਾ। ਉਸਨੇ ਜਿਹੜੀ ਗੱਲ ਕਹੀ ਆ ਉਹ ਤੇ ਪੂਰਨ ਤੇ ਹੀ ਦੋਸ਼ ਲਾ ਰਿਹਾ ਜੀ। ਜੀ ਤੇ ਉਹ ਕਹਿ ਰਿਹਾ ਕਿ ਸੱਚ ਨੂੰ ਸਾਬਤ ਕਰਨ ਲਈ ਜਾਂ ਲੋਕਾਂ ਨੂੰ ਜਗਾਉਣ ਵਾਸਤੇ ਜਿਵੇਂ ਭਗਤ ਸਿੰਘ ਨੂੰ ਆਪਣਾ ਬਲੀਦਾਨ ਦੇਣਾ ਪਿਆ ਸੀ ਤਾਂ ਮੈਂ ਵੀ ਆਪਣਾ ਬਲੀਦਾਨ ਦੇ ਰਿਹਾ। ਅੱਛਾ ਉਹ ਕਹਿੰਦਾ ਹੈ ਕਿ ਕਰਪਸ਼ਨ ਕੇਸ ਦੇ ਵਿੱਚ ਬਦਨਾਮੀ ਤੋਂ ਡਰ ਤੋਂ ਆਈਪੀਐਸ ਪੂਰਨ ਨੇ ਸੁਸਾਈਡ ਕੀਤਾ ਸੀ। ਉਸਨੇ ਤੇ ਇਹਨਾਂ ਦੀ ਇਮਾਨਦਾਰੀ ਤੇ, ਫੈਮਿਲੀ ਦੀ ਇਮਾਨਦਾਰੀ ਤੇ ਵੀ ਸਵਾਲ ਚੁੱਕ ਦਿੱਤੇ ਨੇ ਜੀ ਕਿ ਅਸਲ ਦੇ ਵਿੱਚ ਇਹ ਮਾਮਲਾ ਕਰਪਸ਼ਨ ਦਾ ਸੀਗਾ। ਬਹੁਤ ਵੱਡੀ ਗੱਲ ਹੋ ਗਈ ਨਾ, ਬਹੁਤ ਵੱਡੀ ਗੱਲ ਹੋ ਗਈ। ਤਾਂ ਮਤਲਬ ਕਿ ਸੰਦੀਪ ਲਾਠਰ ਇਹਦਾ ਨਾਮ ਸੀਗਾ। ਤਾਂ ਇਸ ਤੋਂ ਬਾਅਦ ਇਹ ਮਾਮਲਾ ਜਿਹੜਾ ਇੱਕ ਕੂਹਣੀ ਮੋੜ ਕੱਟ ਗਿਆ ਜੀ। ਹਾਲਾਂਕਿ ਜਿਹੜਾ ਉਹਦਾ ਮਾਮੇ ਦਾ ਮੁੰਡਾ ਹੈ ਜੀ ਉਹ ਦੱਸ ਰਿਹਾ ਸੀਗਾ ਕਿ ਸੰਦੀਪ 2-3 ਦਿਨ ਤੋਂ ਬੇਹੱਦ ਪਰੇਸ਼ਾਨ ਸੀਗਾ। ਠੀਕ ਹੈ ਠੀਕ ਹੈ ਨਾ ਜੀ। ਪਰੇਸ਼ਾਨੀ ਜਿਹੜੀ ਆ ਉਹ ਮਤਲਬ ਕਿ ਉਹਦੇ ਵਿਚਾਰਾਂ ਤੋਂ ਜਾਂ ਗੱਲਾਂ ਬਾਤਾਂ ਤੋਂ ਝਲਕਦੀ ਸੀ। ਇਹ ਨਾਲ ਜੋ ਦਾਅਵੇ ਕਰ ਗਿਆ ਹੈ, ਇਹ ਕਹਿੰਦਾ ਕਿ ਰਾਵ ਇੰਦਰਜੀਤ ਨੂੰ ਬਚਾਉਣ ਲਈ 50 ਕਰੋੜ ਦੀ ਡੀਲ ਜਿਹੜੀ ਸੀਗੀ ਉਹ ਹੋਈ ਸੀਗੀ। ਠੀਕ ਹੈ ਜੀ। ਇੱਕ ਭ੍ਰਿਸ਼ਟ ਪੁਲਿਸ ਅਫਸਰ ਹੈ ਜਿਸਨੇ ਸਦਰ ਥਾਣੇ ਦੇ ਇੱਕ ਮਰਡਰ ਦੇ ਵਿੱਚ ਪੈਸੇ ਲਏ ਤੇ ਇਹਨੇ ਰਾਵ ਇੰਦਰਜੀਤ ਜੇਮਸ ਜਿਹੜਾ ਟਿਊਨਸ ਦਾ ਮਾਲਕ ਹੈ ਉਸਨੂੰ ਬਚਾਉਣ ਵਾਸਤੇ 50 ਕਰੋੜ ਚ ਡੀਲ ਕੀਤੀ ਸੀ। ਅੱਛਾ ਤੇ ਇਹਨਾਂ ਦੇ ਸਾਹਮਣੇ ਬਈ ਜਿਹੜਾ ਨਰਿੰਦਰ ਬਿਜਾਰਨੀਆ ਹੈ ਇਹ ਅੜਿਆ ਰਿਹਾ। ਤਾਂ ਹੀ ਐਸਪੀ ਹੈ ਨਾ ਜਿਹੜਾ ਜਿਹਨੂੰ ਗ੍ਰਿਫਤਾਰੀ ਦੀ ਮੰਗ ਹੈ ਉਹਦਾ ਨਾਮ ਬਿਜਾਰਨੀਆ ਹੈ।
ਅੱਜ ਮੈਨੂੰ ਇੱਕ ਪੰਜਾਬ ਦੇ ਵੀ IS ਮਿਲੇ ਸਨ, ਉਹਨਾਂ ਦੇ ਨਾਲ ਮੈਂ ਬੈਠਾ ਸੀ। ਉਹ ਕਹਿੰਦੇ ਵੀ ਨਰਿੰਦਰ ਵਜਾਗੀਆਂ ਨੂੰ ਮੈਂ ਵੀ ਜਾਣਦਾ, ਅਸੀਂ ਇਕੱਠੇ ਕੰਮ ਕਰ ਚੁੱਕੇ ਹਾਂ ਇੱਕੋ ਜ਼ਿਲ੍ਹੇ 'ਚ। ਉਹ ਵੀ ਬੰਦਾ ਬਹੁਤ ਗਟਸ ਵਾਲਾ, ਇਮਾਨਦਾਰੀ। ਇਹ ਵੀ ਕਹਿ ਰਿਹਾ ਕਿ ਉਹ ਬੰਦਾ ਇਮਾਨਦਾਰ, ਜੀ ਠੀਕ ਹੈ ਨਾ। तो मतलब कि काफी गुंझलदार केस बन गया ना जी। ਹੁਣ ਉਧਰੋਂ ਕੀ ਆ ਕਿ ਹਰਿਆਣੇ ਦੇ ASI ਦਾ ਪਰਿਵਾਰ ਜਿਹੜਾ ਹੈ, ਹੁਣ ਉਹ ਅੜ ਗਿਆ, ਕਹਿੰਦੇ ਕਿ ਅਸੀਂ ਸੰਸਕਾਰ ਨਹੀਂ ਕਰਨਾ ਜੀ। ਤਾਂ ਇਹ ਵੀ ਤੁਸੀਂ ਦੇਖੋ ਨਾ, ਪਿਤਾ ਉਹਦਾ ਇੰਸਪੈਕਟਰ ਹੈ, ਦਾਦਾ ਫੌਜ 'ਚ ਰਿਹਾ ਹੈ, ਤੇ CM ਸੈਣੀ ਉਹਨੂੰ ਸਨਮਾਨਿਤ ਕਰ ਚੁੱਕਾ ਹੈ ਜੀ। ਇਹ ਆਪਣੇ ਆਪ ਦੇ ਵਿੱਚ ਪ੍ਰਵੀਨ ਜੀ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਮਸਲਾ ਬਣ ਗਿਆ, ਬਹੁਤ ਵੱਡਾ ਮਸਲਾ ਬਣ ਗਿਆ। ਪਹਿਲੀ ਗੱਲ ਤੇ ਆ ਕਿ ਕੋਈ IPS ਸਿਸਟਮ ਤੋਂ ਏਡੀ ਛੇਤੀ ਹਾਰ ਕੇ ਸਰੈਂਡਰ ਕਰੇ। ਦੇਖੋ ਖੁਦਕੁਸ਼ੀ ਆਪਣੀ ਜਗ੍ਹਾ ਤੇ, ਜੀ ਜੀ, ਠੀਕ ਹੈ ਨਾ। ਇਹ ਵੀ ਇੱਕ ਸੋਚਣ ਵਾਲੀ ਗੱਲ ਹੈ। ਤੇ ਜਿਹੜੀ ਖੁਦਕੁਸ਼ੀ ਦਾ ਕੇਸ ਹੁੰਦਾ ਹੈ ਨਾ ਪ੍ਰਵੀਨ ਜੀ, ਸੰਵਿਧਾਨ ਕਾਨੂੰਨ ਇਦਾਂ ਵਿਆਖਿਆ ਕਰਦਾ ਹੈ ਕਿ ਤੁਹਾਡੇ ਕੋਲ ਜਦੋਂ ਕੋਈ ਆਪਸ਼ਨ ਨਹੀਂ ਹੈ, ਤੁਹਾਨੂੰ ਕੋਈ ਇੰਨਾ ਤੰਗ ਕਰ ਦਿੰਦਾ ਹੈ ਕਿ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਰਹਿ ਗਿਆ, ਠੀਕ ਹੈ, ਤਦ ਬਣਦਾ ਹੈ ਨਾ ਸਾਹਿਬ। ਬਹੁਤ ਸਾਰੀਆਂ ਜਿਹੜੀਆਂ ਔਰਤਾਂ ਬੀਬੀਆਂ ਇਦਾਂ ਮਤਲਬ ਕਿ ਸਹੁਰੇ ਘਰ 'ਚ ਮਰ ਜਾਂਦੀਆਂ ਨੇ, ਤੇ ਬਾਅਦ ਦੇ ਵਿੱਚ ਪਰਚਾ ਹੁੰਦਾ ਸਹੁਰਾ ਪਰਿਵਾਰ ਤੇ, ਬਹੁਤ ਸਾਰੇ ਬੰਦੇ ਇਦਾਂ ਹੀ ਵਰੀ ਹੋਏ ਨੇ। ਤੁਹਾਡੇ ਸਾਹਮਣੇ ਕੁਝ ਆਪਸ਼ਨ ਸੀ। तो इस करके हुण दोनों ही मामले च इक्को जिहा हो गया कम। यही पैमाना ਇਹਦੇ ਤੇ ਲਾਗੂ ਹੁੰਦਾ ਕਿ ਭਾਈ ਤੂੰ ਉਸ ਨੂੰ ਝੂਠਿਆ ਕਰਨ ਵਾਸਤੇ ਆਪਣੇ ਆਪ ਨੂੰ ਮੁਕਾਰੇ। ਪੂਰਨ ਮਤਲਬ ਕਿ ਕਿਸ ਤਰ੍ਹਾਂ ਦਾ ਉਹਨਾਂ ਦਾ ਸਰਵਿਸ ਰਿਕਾਰਡ ਸੀ, ਕਿਸ ਤਰ੍ਹਾਂ ਦਾ ਕੀ ਸੀ, ਤਾਂ ਮਰਨਾ ਜ਼ਰੂਰੀ ਹੈ। ਤੁਹਾਨੂੰ ਕਿਸੇ ਨੇ ਮਜਬੂਰ ਨਹੀਂ ਕੀਤਾ। ਹੁਣ ਜੇ ਤੁਸੀਂ ਸੁਸਾਈਡ ਦੇ ਵਿੱਚ ਪੂਰਨ ਜੀ ਦੇ ਪਰਿਵਾਰ ਦਾ ਨਾਮ ਲਾਓ, मतलब कि मैं पढ़िया नहीं, मैं एक मिसाल दे रहा हाँ कि दोनों केस बहुत गुंझलदार कर गए। तो की ਇਹਦੇ ਨਾਲ ਆਪਾਂ ਇਹ ਵੀ ਦੇਖ ਰਹੇ ਹਾਂ ਕਿ ਜੋ ਹਰਿਆਣੇ ਦੇ ਵਿੱਚ ਜਾਂ ਆਪਣੇ ਸਮਾਜ ਦੇ ਵਿੱਚ ਹੁੰਦਾ ਹੈ ਕਿ ਕੀ ਪੁਲਿਸ ਦੇ ਵਿੱਚ ਉੱਥੇ ਜਾਤੀਵਾਦ ਇੱਕ ਬਹੁਤ ਵੱਡਾ ਮੁੱਦਾ ਬਣ ਗਿਆ ਜੀ। ਹਾਂਜੀ ਹਾਂਜੀ ਬਿਲਕੁਲ। ਜੀ, ਤੇ ਮਿੰਟੂ ਜੀ ਅਗਲੇ ਮਸਲੇ ਦੀ ਆਪਾਂ ਗੱਲ ਕਰੀਏ ਤੇ ਜਿਵੇਂ ਆਪਾਂ ਪਹਿਲਾਂ ਇਹਦੇ ਚਰਚਾ ਕੀਤੀ ਵੀ ਰਾਹੁਲ ਗਾਂਧੀ ਦੀ ਵੀ ਐਂਟਰੀ ਹੋਈ ਸੀਗੀ, ਤੇ ਉਧਰ ਜੇ ਕਾਂਗਰਸ ਦੀ ਆਪਾਂ ਗੱਲ ਕਰੀਏ ਤਾਂ ਬੀਬੀ ਸਿੱਧੂ ਨੇ ਵੀ ਆਪਣੇ ਤੇਵਰ ਵਿਖਾਏ ਆ ਜੀ। ਬਿਲਕੁਲ, ਬੀਬੀ ਸਿੱਧੂ ਨੇ ਤੇ ਅੱਜ ਪੂਰਾ ਦੇਖੋ, ਸਿੱਧੂ ਫੈਮਿਲੀ ਪਿਛਲੇ ਕੁਝ ਦਿਨਾਂ ਤੋਂ ਪੂਰੀ ਸੁਰਖੀਆਂ ਦੇ ਵਿੱਚ ਆ। ਬੀਬੀ ਸਿੱਧੂ ਨੇ ਕਹਿਤਾ ਕਿ ਭਾਈ ਮੈਂ ਤਾਂ ਇਲੈਕਸ਼ਨ ਲੜੂੰਗੀ ਅੰਮ੍ਰਿਤਸਰ ਈਸਟ ਤੋਂ। ਫਿਰ ਤੋਤੀਆ ਕੱਪੜਿਆਂ ਦੇ ਵਿੱਚ ਸਿੱਧੂ ਸਾਹਿਬ ਪ੍ਰਿਯੰਕਾ ਗਾਂਧੀ ਦੇ ਨਾਲ ਨਜ਼ਰ ਆਉਂਦੇ ਨੇ। ਹਲਚਲ ਤਾਂ ਹੋਗੀ ਨਾ। ਹੁਣ ਬੀਬੀ ਸਿੱਧੂ ਨੇ ਇੱਕ ਕਮੈਂਟ ਕੀਤਾ ਤੇ ਉਸ ਕਮੈਂਟ ਨੇ ਫਿਰ ਸੁਰਖੀਆਂ ਚ ਲੈ ਆਂਦਾ ਜੀ। ਕਮੈਂਟ ਕੀਆ, ਦਰਅਸਲ ਇੱਕ ਵੀਡੀਓ ਪਾਇਆ ਗਿਆ, ਮਤਲਬ ਜਿੱਦਾਂ ਕਹਿ ਲਈਏ ਕਿ ਕੋਈ ਇਹਨਾਂ ਦਾ ਆਪਣਾ ਵਰਕਰ ਸੀਗਾ ਕਾਂਗਰਸ ਵਾਲਿਆਂ ਦਾ। ਬੀਤੇ ਦਿਨੀ ਉਹ ਮਹਿਲਾ ਮੋਰਚਾ ਦੀ ਜਿਹੜੀ ਇਹਨਾਂ ਦੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਬੀਬੀ ਸ਼ਿਵਾਨੀ, ਉਹਨਾਂ ਦੇ ਘਰੇ ਜਾਂਦੇ ਆ। ਸ਼ਿਵਾਨੀ ਜੀ ਦੇ ਪਤੀ ਆ ਐਡਵੋਕੇਟ ਸੰਦੀਪ ਜੀ, ਉਹਨਾਂ ਨੇ ਉਹ ਵੀਡੀਓ ਜਿਹੜਾ ਸ਼ੇਅਰ ਕਰ ਦਿੱਤਾ। ਠੀਕ ਹੈ, ਤੁਹਾਨੂੰ ਪਤਾ ਹੀ ਅੱਜ ਕੱਲ ਕਮੈਂਟ ਵਗੈਰਾ ਜਿਹੜੇ ਆ ਉਹ ਫਿਰ ਲੋਕ ਕਰਦੇ ਸਮਰਥਨ ਦੇ ਵਿੱਚ ਵੀ, ਕਦੇ ਕਦੇ ਮੁਖਾਲਫਤ ਦੇ ਵਿੱਚ। ਬੀਬੀ ਨੇ ਸਿੱਧੂ ਨੇ ਉਹਦੇ ਥੱਲੇ ਲਿਖ ਦਿੱਤਾ ਕਿ ਅਕਾਲੀ ਦਲ ਮਜੀਠੀਆ ਟੀ। ਅੱਛਾ, ਹਾਂਜੀ। तो मतलब सोशल मीडिया पे ਹੁਣ ਲੋਕ ਪੁੱਛ ਰਹੇ ਆ ਕਿ ਮਹਿਲਾ ਮੋਰਚਾ ਪ੍ਰਧਾਨ ਕਿਸ ਪਾਰਟੀ ਦੀ ਹੈ ਬਈ। ਤੇ ਕਿਸੇ ਨੇ ਡਾਕਟਰ ਨਵਜੋਤ ਕੌਰ ਸਿੱਧੂ ਦੀ ਵੀ ਆਲੋਚਨਾ ਕੀਤੀ ਕਿ ਭਾਈ ਤੁਸੀਂ ਕਾਂਗਰਸ ਦੇ ਵਿੱਚ ਰਹਿ ਕੇ ਇਦਾਂ ਕਰ ਰਹੇ ਹੋ। ਤੁਹਾਡੇ ਆਪਣੇ ਨੇ ਉਹ, ਤੁਹਾਡੇ ਆਪਣੇ ਆ, ਤੁਸੀਂ ਕਹਿ ਰਹੇ ਹੋ ਜੀ। ਪਰ ਇਹ ਵੀ ਮੈਂ ਸੁਣਿਆ ਉੱਥੋਂ ਦੀ ਰਾਜਨੀਤੀ ਚ ਕਿ ਬੀਬੀ ਸ਼ਿਵਾਨੀ ਤੇ ਇਹਨਾਂ ਦੇ ਬਹੁਤ ਨਜ਼ਦੀਕੀ ਰਹੇ ਨੇ ਕਿਸੇ ਟਾਈਮ। ਤਾਂ ਕੀ ਮਤਲਬ ਕਿ ਇਦਾਂ ਦੀ ਗੱਲ ਹੈ? ਕਿਉਂਕਿ ਦੇਖੋ ਦੋ ਚੀਜ਼ਾਂ ਨੇ ਸਾਹਿਬ ਜੀ। ਇੱਕ ਤੇ ਇਹ ਆਪਾਂ ਨੂੰ ਜੋ ਨਜ਼ਰ ਆਉਂਦਾ ਹੈ ਕਿ ਸਿੱਧੂ ਸਾਹਿਬ ਬਈ ਥੋੜੇ ਜਿਹੇ ਗੈਰ ਸਰਗਰਮ ਹੋਏ ਤੇ ਇਹਨਾਂ ਦੀ ਪਕੜ ਢਿੱਲੀ ਹੋਈ, ਬੰਦੇ ਇਹਨਾਂ ਦੇ ਗਏ ਨੇ। ਸਹੀ ਹੈ, ਬਿਲਕੁਲ। ਤੇ ਨਾਲ ਉਹ ਇਹ ਵੀ ਕਹਿੰਦੇ ਆ ਕਿ ਸਿੱਧੂ ਸਾਹਿਬ ਨਾਲ ਲੈ ਕੇ ਨਹੀਂ ਚੱਲਦੇ ਸਨ।
ਮਤਲਬ ਕਿ ਇਹ ਹੁੰਦੇ ਤਾਂ ਬਹੁਤ ਬੰਦਿਆਂ ਦੇ ਆ, ਪਰ ਕਿਸੇ ਦੇ ਹੋ ਕੇ ਨਹੀਂ ਰਹਿੰਦੇ। ਦੋਨਾਂ ਚੀਜ਼ਾਂ 'ਚ ਫਰਕ ਹੈ, ਨੋਟ ਕਰੋ। ਪਰ ਦੂਜੇ ਪਾਸੇ ਸਿੱਧੂ ਸਾਹਿਬ ਦੇ ਜਿਹੜੇ ਸਮਰਥਕ ਹੈ ਉਹ ਕਹਿੰਦੇ ਕਿ ਠੀਕ ਆ, ਸਿੱਧੂ ਸਾਹਿਬ ਖੜਦੇ ਆ, ਪਰ ਇਹ ਬੰਦੇ ਜ਼ਿਆਦਾਤਰ ਨਾਲ ਨਹੀਂ ਖੜਦੇ। ਜਦੋਂ ਕੋਈ ਦੂਜਾ ਵੱਡਾ ਲਾਲਚ ਦੇ ਦਿੰਦਾ ਉਧਰ ਨੂੰ ਹੋ ਤੁਰਦਾ। ਅੱਛਾ। ਇੱਕ ਇੰਟਰਨਲ ਕਨਫਲਿਕਟ ਤੇ ਚੱਲ ਪਿਆ ਨਾ ਸਰ। ਹਾਈ ਗੱਲ, ਜਦੋਂ ਜਸਵੀਰ ਡਿੰਪਾ ਨੂੰ ਇਹਨਾਂ ਨੇ ਖਡੂਰ ਸਾਹਿਬ ਤੋਂ ਪੱਟ ਕੇ ਇਧਰ ਲਾਇਆ ਸੀ, ਤੇ ਮੈਂ ਉਸ ਵੇਲੇ ਕਿਹਾ ਸੀਗਾ ਕਿ ਅੰਮ੍ਰਿਤਸਰ ਈਸਟ ਦਾ ਸਭ ਤੋਂ ਵੱਡਾ ਘਮਸਾਨ ਤੇ ਜਿਹੜਾ ਹੈ ਉਹ ਇਹ ਹੋਏਗਾ ਕਿ ਹੁਣ ਅੰਮ੍ਰਿਤਸਰ ਈਸਟ ਤੋਂ ਲੜੇਗਾ ਕੌਣ। ਜੀ ਸਹੀ ਹੈ। ਤੇ ਕੇਂਦਰੀ ਵਜ਼ੀਰ ਕਹਿ ਰਹੇ ਨੇ, ਕਹਿੰਦੇ ਸੌਂਦ ਨਹੀਂ ਆਏ, ਉਹਨਾਂ ਨੇ ਸੱਦਾ ਸੁੱਦਾ ਦਿੱਤਾ ਸੀ ਕੋਈ, ਪਰ ਇਹ ਬੌੜੇ ਨਹੀਂ। ਦੇਖੋ ਜੀ, ਸੌਂਦ ਸਾਹਿਬ ਤੁਹਾਨੂੰ ਪਤਾ ਹੀ ਨਾ, ਬੜਾ ਚਰਚਾ ਦਾ ਵਿਸ਼ਾ ਬਣੇ ਸਨ। ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਨਾ ਉਹ, ਜਦੋਂ ਮੋਦੀ ਸਾਹਿਬ ਆਏ ਸੀਗੇ। ਤਾਂ ਹੁਣ ਉਹਨਾਂ ਦਾ ਜਿਹੜਾ ਚਰਚਾ ਦਾ ਨਵਾਂ ਐਪੀਸੋਡ ਸਟਾਰਟ ਕਰ ਦਿੱਤਾ। ਅੱਜ ਕੇਂਦਰੀ ਵਜ਼ੀਰ ਆਏ, ਉਹਨਾਂ ਨੇ ਕਿਹਾ ਕਿ ਦੇਖੋ ਜੀ, ਲੁਧਿਆਣੇ ਦੇ ਵਿੱਚ ਰਿਪੋਰਟ ਲੈਣੀ ਸੀ, ਸਾਰਾ ਕੁਝ ਕਰਨਾ ਸੀਗਾ, ਤਾਂ ਇਹ ਆਏ ਨਹੀਂ ਸੌਂਦ ਸਾਹਿਬ। ਅਸਲ 'ਚ ਕੀ ਆ ਕਿ ਅੱਜ ਹੀ ਜੇ ਤੁਸੀਂ ਵੇਖੋਗੇ ਤੇ ਮੰਤਰੀ ਆ ਗਿਆ ਸ਼ਿਵਰਾਜ ਸਿੰਘ ਚੌਹਾਨ ਜੀ ਜੀ, ਤੇ ਕੱਲ ਹੀ ਸ਼ਾਇਦ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਮੁਆਵਜ਼ਾ ਵੰਡਣਾ ਸਟਾਰਟ ਕੀਤਾ ਸੀਗਾ। ਪ੍ਰਵੀਨ ਜੀ, ਜੇ ਮੈਂ ਗਲਤ ਨਹੀਂ, ਤੁਹਾਨੂੰ ਯਾਦ ਹੋਏਗੀ ਬੈਟਰ, ਕਿ ਇਹਨਾਂ ਨੇ ਕੱਲ ਕੇ ਅੱਜ ਸ਼ੁਰੂ ਕੀਤਾ। ਇਹਦਾ ਮਤਲਬ ਕੀ ਹੈ? ਦੇਖੋ, ਮੈਂ ਮਤਲਬ ਕਿ ਇਸ ਮਾਮਲੇ ਦੇ ਵਿੱਚ ਇਦਾਂ ਸੋਚਦਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਕਿਸ ਤਰ੍ਹਾਂ ਲੈਂਦੀ ਆ, ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਹੁਣ ਇਦਾਂ ਲੱਗਦਾ ਹੈ ਕਿ ਜਿੱਦਾਂ ਇਹਨਾਂ ਦੇ ਮੰਤਰੀ ਆ ਰਹੇ ਆ ਬਾਰੋ ਬਾਰ, ਤੇ ਬੜੀ ਤੇਜ਼ੀ ਨਾਲ ਆ ਰਹੇ। ਰਵਨੀਤ ਬਿੱਟੂ ਜਿਸ ਤਰ੍ਹਾਂ ਦੇ ਬਿਆਨਾਤ ਦੇ ਰਹੇ ਨੇ ਪ੍ਰਵੀਨ ਜੀ, ਕਿ ਭਾਜਪਾ ਦੇ, ਦੇਖੋ ਪਹਿਲਾਂ ਕੀ ਸੀ, ਮਾੜਾ ਜਿਹਾ ਇਸ ਚੀਜ਼ ਨੂੰ ਤੁਸੀਂ ਗੌਰ ਨਾਲ ਸਮਝਣਾ ਕਿ ਭਾਜਪਾ ਤੇ ਕਾਂਗਰਸ ਹਾਈ ਕਮਾਂਡ ਪੰਜਾਬ ਨੂੰ ਬਹੁਤੀ ਤਵੱਜੋ ਨਹੀਂ ਸੀ ਦਿੰਦੇ, ਕਿਉਂਕਿ ਇੱਥੋਂ ਦੀ ਮੈਂਬਰ ਪਾਰਲੀਮੈਂਟ ਗਿਣਤੀ ਬਹੁਤ ਘੱਟ ਹੈ। 13 ਹੀ ਆ। 13 ਦੇ ਵਿੱਚੋਂ ਵੀ ਅੱਧ ਪਚੱਧ ਹੁੰਦਾ ਹੈ ਨਾ। ਕਾਂਗਰਸ ਦੀਆਂ ਪੱਕੀਆਂ ਨੇ ਮੈਂਬਰ ਪਾਰਲੀਮੈਂਟ ਸੀਟਾਂ, ਉਹ ਕੱਢ ਦਿਓ, ਕੁਝ ਮਤਲਬ ਕਿ ਆਦਰਸ ਦੀਆਂ ਕੱਢ ਦਿਓ। ਉਹ ਤੇ ਆਮ ਆਦਮੀ ਪਾਰਟੀ ਦੀਆਂ ਵੀ ਪੱਕੀਆਂ ਹੋ ਗਈਆਂ ਨਾ, ਵਿੱਚ ਹਿੱਸਾ ਹੋ ਗਿਆ, ਤਾਂ ਕੁਝ ਵੀ ਨਹੀਂ ਵਟਿਆ, ਤਾਂ ਕੁਝ ਵੀ ਨਹੀਂ ਜਾਂਦਾ ਨਾ ਕਿਸੇ ਨੈਸ਼ਨਲ ਪਾਰਟੀ। ਜੀ ਜੀ। ਤਾਂ ਇਸ ਕਰਕੇ ਮਤਲਬ ਕਿ ਭਾਜਪਾ ਤੇ ਕਾਂਗਰਸ ਦੋਵੇਂ ਜ਼ਿਆਦਾ ਤਵੱਜੋ ਨਹੀਂ ਸੀ ਦਿੰਦੇ, ਪਰ ਐਤਕੀ ਮੈਨੂੰ ਜਾਪ ਰਿਹਾ ਕਿ ਦੋਵਾਂ ਦੇ ਏਜੰਡੇ ਤੇ ਪੰਜਾਬ ਆ ਗਿਆ। ਭਾਜਪਾ ਨੂੰ ਇਹ ਲੱਗਦਾ ਕਿ ਜੇ 27 ਚ ਅਸੀਂ ਪੰਜਾਬ 'ਚ ਬਹੁਤ ਵਧੀਆ ਪਰਫਾਰਮ ਕਰ ਦਈਏ, ਚਲੋ ਸਰਕਾਰ ਬਣਦੀ ਹੈ ਕਿ ਨਹੀਂ, ਜੀ ਜੀ, ਤਾਂ ਵੀ ਸਾਡੇ ਕੋਲ ਇੱਕ 29 ਵਾਸਤੇ ਤਿਆਰੀ ਦਾ ਮੌਕਾ ਹੈ ਕਿ ਅਸੀਂ ਸਿੱਖ ਬਹੁ ਗਿਣਤੀ ਵਾਲੇ ਸੂਬੇ ਦੇ ਵਿੱਚ ਅੱਗੇ ਵਧ ਰਹੇ ਹਾਂ। ਜਿਵੇਂ ਉਹਨਾਂ ਨੇ ਕਸ਼ਮੀਰ ਨੂੰ ਕਿਹਾ ਸੀਗਾ ਕਿ ਅਸੀਂ ਕਸ਼ਮੀਰ 'ਚ ਸਰਕਾਰ ਬਣਾਉਣ 'ਚ ਕਾਮਯਾਬ ਹੋਏ, ਜਦੋਂ ਬੀਬੀ ਮਹਿਬੂਬਾ ਨਾਲ ਬਣਾਈ ਸੀ, ਯਾਦ ਹੋਣਾ ਤੁਹਾਨੂੰ। ਮਤਲਬ, ਤੇ ਦੂਜੇ ਪਾਸੇ ਕਾਂਗਰਸ ਨੂੰ ਵੀ ਇਹ ਲੱਗਦਾ ਹੈ ਕਿ ਜੇ ਅਸੀਂ 27 ਚ ਪੰਜਾਬ ਨੂੰ ਜਿੱਤ ਲੈਂਦੇ ਹਾਂ, ਤਾਂ ਫਿਰ 29 ਵਾਲਾ ਸਫ਼ਰ ਇੱਥੋਂ ਹੀ ਸਟਾਰਟ ਕੀਤਾ ਜਾ ਸਕਦਾ ਹੈ ਕਿ ਲਓ ਜੀ, ਸਿੱਖ ਬਹੁ ਗਿਣਤੀ ਸੂਬੇ ਚ ਕਾਂਗਰਸ ਚੜ੍ਹਤ ਜਾ ਗਈ। ਤਾਂ ਕਹਿਣ ਦਾ ਮਤਲਬ ਹੈ ਕਿ ਇਹ ਚੀਜ਼ ਭਾਜਪਾ ਵੀ ਨੈਸ਼ਨਲ ਲੈਵਲ ਤੇ ਸੋਚ ਰਹੀ ਆ, ਤੇ ਨੈਸ਼ਨਲ ਪਾਰਟੀ ਤੋਂ ਹੁਣ ਆਮ ਆਦਮੀ ਪਾਰਟੀ ਵੀ ਤਿੰਨੇ ਹੀ ਨੈਸ਼ਨਲ ਹੋ ਗਈਆਂ ਮੇਰੇ ਖਿਆਲ ਦੇ ਨਾਲ। ਹੁਣ ਆਪਾਂ ਦੇਖੀਏ ਤਾਂ ਹੈ ਕਿਤੇ ਨਾ ਕਿਤੇ ਭੇਡ ਚੱਲੇਗਾ, ਤਾਂ ਕੋਨਾ ਤੇ ਸਮਝੋ ਕਿ ਹੋ ਗਿਆ ਮਾਮਲਾ। ਤੇ ਜਿਹੜੀ ਤਰਨ ਤਾਰਨ ਵਾਲੀ ਜ਼ਿਮਨੀ ਚੋਣ ਆ, ਉਹ ਵੀ ਤੁਸੀਂ ਦੇਖਣਾ ਕਿ ਮੇਰੇ ਖਿਆਲ ਦੇ ਨਾਲ ਉਹਦੇ ਚ ਭਾਜਪਾ ਠੀਕ ਆ, ਬਹੁਤ ਪਿੱਛੇ ਰਹਿ ਜਾਏਗੀ, ਐਸਾ ਮੇਰਾ ਮੰਨਣਾ ਹੈ। ਪਰ ਟੱਕਰ ਉਹ ਵੀ ਲਗਭਗ ਤਕੋਨੀ ਇਸ ਤਰ੍ਹਾਂ ਹੀ ਬਣ ਜਾਏਗੀ, ਕੋਈ 5-7% ਦਾ ਕੋਈ ਫਰਕ ਰਹਿ ਜਾਵੇ ਤਾਂ ਰਹਿ ਜਾਵੇ, ਪਰ ਮਤਲਬ ਕਿ ਤਕੋਨੀ ਟੱਕਰ ਉੱਥੇ ਵੀ ਵੇਖਣ ਨੂੰ ਮਿਲੇਗੀ। ਤਾਂ ਤਕੋਨੀ ਟੱਕਰ ਹੀ 27 ਚ ਵੀ ਲਗਭਗ ਬਣ ਜਾਏਗੀ ਇਹਨਾਂ ਦਾ, ਜਿਸ ਤਰ੍ਹਾਂ ਦਾ ਮੈਨੂੰ ਚੱਜ ਵਿਹਾਰ ਲੱਗ ਰਿਹਾ ਸੀ। ਨਾਲੇ ਮਿੰਟੂ ਜੀ, ਤਰਨ ਦੇ ਵਿੱਚ ਉਹ ਪਿੱਛੇ ਵੀ ਰਹਿ ਜਾਣ, ਉਹਨਾਂ ਨੇ ਕਿਹੜਾ ਚੋਣਾਂ ਲੜਨੀਆਂ ਛੱਡਣੀਆਂ, ਫਿਰ ਉਹ ਤਾਂ 2 ਸੀਟਾਂ ਤੋਂ ਚੱਲਿਆ ਤੇ ਇਸ ਟਾਈਮ ਅਗਲੇ ਸਰਕਾਰ ਬਣਾਈ ਬੈਠੇ ਨਾ। ਉਹਨਾਂ ਦੀ ਪੋਲਿਟਿਕਸ ਕਰਨ ਦਾ ਤਰੀਕਾਕਾਰ ਹੀ ਕੁਛ ਹੋਰ ਹੈ। ਇਹ ਆਮ ਆਦਮੀ ਪਾਰਟੀ ਵਾਲੇ ਨਾ ਅਸਲ ਦੇ ਵਿੱਚ ਇਹਨਾਂ ਨੂੰ ਇਹ ਲੱਗਦਾ ਸੀਗਾ ਵੀ ਸਾਰੀਆਂ ਧਿਰਾਂ ਕਾਂਗਰਸ ਜਾਂ ਅਕਾਲੀ ਦਲ ਵਰਗੀਆਂ ਹੀ ਆ, ਵੀ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਵਕਤ ਪਾਈ ਰੱਖੋ ਤੇ ਬਸ। ਦੂਜਾ ਐਂਡ ਕਿ ਉਹਨਾਂ ਨੇ ਜਿਹੜੀ ਹੜ੍ਹਾਂ ਦੇ ਮਾਮਲੇ 'ਚ ਬਾਂਹ ਮਰੋੜੀ ਆ ਨਾ ਮਿੰਟੂ ਜੀ, ਇਹਨਾਂ ਦੀ ਨਾਨੀ ਚੇਤੇ ਕਰਾ ਦਿੱਤੀ। ਉਹਨਾਂ ਨੇ 24 ਮੰਤਰੀ ਆ ਚੁੱਕੇ ਨੇ ਹੁਣ ਤੱਕ, ਕੇਂਦਰੀ ਗੇੜੇ ਲਾ ਚੁੱਕੇ ਨੇ ਪੰਜਾਬ ਦੇ ਹੜ੍ਹਾਂ ਤੋਂ ਬਾਅਦ। ਮੈਂ ਤਾਂ ਤੁਹਾਨੂੰ ਦੱਸ ਰਿਹਾ ਨਾ ਕਿ ਬਹੁਤ ਮੰਤਰੀ ਆ ਰਹੇ ਉਹਨਾਂ ਦੇ, ਤੇ ਹੋ ਸਕਦਾ ਕਿ
ਐਂਡ ਦੇ ਵਿੱਚ ਕੋਈ ਨਾ ਕੋਈ ਉਹ ਐਸਾ ਪੰਜਾਬ ਵਾਸਤੇ ਕੋਈ ਪੈਕੇਜ ਪਤਾ ਹੋਵੇ। ਖੇਡ ਜਾਣ ਜਿਹਦੇ ਨਾਲ ਬਹੁਤ ਜ਼ਿਆਦਾ ਉਹਨਾਂ ਨੂੰ ਵਾਧਾ ਮਿਲ ਜਾਵੇ, ਕਿਉਂਕਿ ਇਹਨਾਂ ਦੇ ਕੋਲ ਤੇ ਲਾਉਣ ਲਈ ਪੈਸਾ ਵੀ ਨਹੀਂ ਹੈ ਨਾ ਫਿਲਹਾਲ। ਜੀ। ਤੇ ਰਾਜਵੀਰ ਜਵੰਦਾ ਦੀ ਮੌਤ ਦੇ ਵਿੱਚ ਮਿੰਟੂ ਜੀ ਨਵੇਂ ਖੁਲਾਸੇ ਬਾਰੇ ਖਬਰਾਂ ਆ ਰਹੀਆਂ ਜੀ। ਕੁਛ ਮਤਲਬ ਕਿ ਉਹਦੇ ਚ ਕੋਈ ਜ਼ਿਆਦਾ ਵੱਡਾ ਖੁਲਾਸਾ ਸ਼ਬਦ ਵੈਸੇ ਆਪਾਂ ਕਹਿ ਦਿੰਨੇ ਆ, ਯੂਜ਼ ਕਰ ਲੈਂਦੇ ਆ, ਪਰ ਮੇਰੇ ਖਿਆਲ ਦੇ ਨਾਲ ਖੁਲਾਸਾ ਨਹੀਂ, ਉਹਦੇ ਵਿੱਚ ਕੁਝ ਚੀਜ਼ਾਂ ਸਪਸ਼ਟ ਕਹਿ ਲਓ ਕਿ ਇੱਕ ਤੇ ਇਹ ਆ ਕਿ ਕਿਉਂਕਿ ਹੁਣ ਪਟੀਸ਼ਨ ਪੈ ਰਹੀ ਹੈ, ਪਟੀਸ਼ਨ ਦੇ ਵਿੱਚ ਸਾਰੀਆਂ ਚੀਜ਼ਾਂ ਸਾਫ਼ ਕਰਨੀਆਂ ਪੈਂਦੀਆਂ ਕਿ ਐਕਚੁਅਲ ਚ ਇਹ ਐਕਸੀਡੈਂਟ ਜਿਹੜਾ ਸੀਗਾ ਉਹ ਹਰਿਆਣੇ ਦੀ ਜੂਰਿਸਡਿਕਸ਼ਨ ਚ ਹੋਇਆ, ਨਾ ਕਿ ਹਿਮਾਚਲ। ਜੀ ਅੱਛਾ, ਠੀਕ ਆ। ਹਾਂਜੀ। ਤੇ ਜਵੰਦਾ ਨੂੰ ਮਤਲਬ ਜਿਹੜਾ ਪੰਜੌਰ ਹੈ ਨਾ, ਜਦੋਂ ਆਪਾਂ ਬਾਹਰ ਨਿਕਲਦੇ ਹਾਂ ਪੰਚਕੂਲੇ ਤੋਂ, ਪੰਜੌਰ ਹਾਂਜੀ ਹਾਂਜੀ। ਗਾਰਡਨ ਪੰਜੌਰ ਆ ਗਿਆ, ਉਤੋਂ ਨਾਲੋਂ ਹੀ ਬੱਦੀ ਨੂੰ ਨਿਕਲਦਾ, ਠੀਕ ਹੈ ਨਾ ਜੀ, ਹਾਈਵੇ ਬਿਲਕੁਲ ਨਾਲ, ਤੇ ਸਿੱਧਾ ਪਰਾਂ ਨੂੰ ਚਲੇ ਜਾਂਦਾ ਪਰਮਾਣੂ ਵਾਲੇ ਸਾਈਡ। ਮੈਂ ਕਾਫੀ ਜਾਂਦਾ ਰਹਿਣਾ, ਤਾਂ ਮੈਂ ਮਾੜਾ ਜਿਹਾ ਦੱਸ ਰਿਹਾ ਤੁਹਾਨੂੰ। ਤਾਂ ਉੱਥੇ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਟ੍ਰਾਇੰਗੂਲਰ ਜਿਹਾ ਬਣ ਜਾਂਦਾ ਹੈ, ਹਰਿਆਣਾ ਇੱਕ ਸਾਈਡ ਹੈ, ਹਿਮਾਚਲ ਇੱਕ ਸਾਈਡ ਹੈ। ਚਲੋ ਫਿਰ ਆਪਾਂ ਜੇ ਵੇਖੀਏ ਤੇ ਪੰਜਾਬ ਵੀ ਕੋਈ ਬਹੁਤੀ ਦੂਰ ਨਹੀਂ ਰਹਿ ਜਾਂਦਾ ਉੱਥੋਂ ਸਟਾਰਟ ਹੋਣ ਦਾ, ਮਤਲਬ ਕਿ ਇਦਾਂ ਬਣ ਜਾਂਦੇ ਆ ਕੁਛ ਰਾਜ। ਤਾਂ ਗੱਲ ਇਹ ਆ ਕਿ ਇਹ ਸਾਰਾ ਕੁਛ ਜਿਹੜਾ ਉਹ ਹੋਇਆ ਮਤਲਬ ਕਿ ਸੈਕਟਰ 30 ਪੁਆਇੰਟ ਦੇ ਨੇੜੇ। ਜੀ ਜੀ। ਠੀਕ ਹੈ ਜੀ। ਅਵਾਰਾ ਪਸ਼ੂ ਚ ਹੀ ਜਵੰਦਾ ਬਚਿਆ, ਜਿਹੜਾ ਗੱਡੀ ਦਾ ਕਹਿ ਰਹੇ ਸੀ ਕਿ ਸ਼ਾਇਦ ਨਹੀਂ, ਕਿਉਂਕਿ ਇੱਕ ਪਟੀਸ਼ਨ ਤਿਆਰ ਹੋ ਰਹੀ ਹੈ। ਜਦੋਂ ਪਟੀਸ਼ਨ ਤਿਆਰ ਹੋ ਗਈ ਤਾਂ ਮੇਨ ਤੇ ਇਹੀ ਦੇਖਿਆ ਜਾਊਗਾ ਨਾ ਹੋਇਆ ਕਿੱਥੇ। ਹਾਂਜੀ ਹਾਂਜੀ ਬਿਲਕੁਲ। ਫਿਰ ਇਹ ਹੈ ਕਿ ਐਨਸ਼ੋਰੀ ਮਲਟੀ ਸਪੈਸ਼ਲਿਸਟ ਜਿਹੜੀ ਸਪੈਸ਼ਲਿਟੀ ਹਸਪਤਾਲ ਹੈ ਉੱਥੇ ਲੈ ਗਏ, ਤਾਂ ਪਰ ਉਹਨਾਂ ਨੇ ਇਲਾਜ ਕਰਨ ਤੋਂ ਮਨਾ ਕਰ ਦਿੱਤਾ। ਫਿਰ ਪੰਚਕੂਲਾ ਸੈਕਟਰ 6 ਦੇ ਸਿਵਲ ਹਸਪਤਾਲ ਰੈਫਰ ਕੀਤਾ ਗਿਆ। ਇਹਦਾ ਮਤਲਬ ਹੈ ਕਿ ਹਰਿਆਣੇ ਦਾ ਜੂਰਿਸਡਿਕਸ਼ਨ ਸੀ, ਤਾਂ ਹੀ ਪੰਚਕੂਲਾ ਸਿਵਲ ਹਸਪੀਟਲ, ਤੇ ਫਿਰ ਉੱਥੋਂ ਗਾ ਫੋਰਟ ਈਸਟ ਚਲੇ ਜਾਂਦਾ। ਠੀਕ ਹੈ ਜੀ। ਜੀ ਮਤਲਬ ਕਿ ਇਹ ਚੀਜ਼ ਸਾਫ਼ ਹੋ ਗਈ, ਸਪਸ਼ਟ ਹੋ ਗਈ ਕਿ ਭਾਈ ਨੰਬਰ 1 ਕਿ ਇਹ ਜਿਹੜਾ ਅਧਿਕਾਰ ਖੇਤਰ ਸੀਗਾ ਉਹ ਹਰਿਆਣਾ ਸਟੇਟ ਦਾ ਸੀ। ਦੂਜਾ ਕਿ ਇਹ ਵੀ ਪਤਾ ਲੱਗਿਆ ਹੈ ਕਿ ਸ਼ੋਰੀ ਮਲਟੀ ਸਪੈਸ਼ਲਿਟੀ ਹਸਪਤਾਲ ਨੇ ਇਲਾਜ ਨਹੀਂ ਦਿੱਤਾ, ਤਾਂ ਇਹ ਵੀ ਹੁਣ ਇੱਕ ਬਹਿਸ ਦਾ ਵਿਸ਼ਾ ਤੇ ਬਣ ਜਾਏਗਾ। ਹਾਂਜੀ ਹਾਂਜੀ ਬਿਲਕੁਲ। ਠੀਕ ਹੈ ਨਾ ਜੀ। ਬਈ ਮਤਲਬ ਕਿ ਇਹ ਤਾਂ ਦੇਖਣਾ ਹੋਏਗਾ ਨਾ ਕਿ ਤੁਹਾਨੂੰ ਘੱਟੋ ਘੱਟ ਬਈ ਦਵਾਈਆਂ ਵਗੈਰਾ ਜਿਹੜੀਆਂ ਦੇਣੀਆਂ ਚਾਹੀਦੀਆਂ ਸੀ। ਇਮੇਟ ਜੀ ਇਹ ਤਾਂ ਹੋਣਾ ਚਾਹੀਦਾ ਵੀ ਚਲੋ ਐਕਸੀਡੈਂਟ ਜਿੱਥੇ ਮਰਜ਼ੀ ਹੋ ਗਿਆ ਹੋਵੇ, ਘੱਟੋ ਪਰ ਘੱਟ ਫਸਟ ਏਡ ਆਪਾਂ ਤਾਂ ਬੰਦੇ ਨੂੰ। ਹਸਪਤਾਲ ਦੀ ਆਪਾਂ ਪਲੀਜ਼ ਇੱਕ ਮਿੰਟ ਸੁਣਿਓ, ਹਾਂਜੀ। ਹਸਪਤਾਲ ਦੀ ਸਫਾਈ ਵੀ ਦੇਖੀਏ, ਉਹਨਾਂ ਦਾ ਵਰਸ਼ਨ ਜ਼ਰੂਰੀ, ਨਹੀਂ ਤਾਂ ਬਹੁਤ ਗਲਤ ਹੋ ਜਾਏਗਾ। ਤਾਂ ਉਧਰ ਉਹ ਜਿਹੜੇ ਹਸਪਤਾਲ ਵਾਲੇ ਉਹ ਕਹਿ ਰਹੇ ਆ ਕਿ ਦੇਖੋ ਗੱਲ ਇਹ ਹੈ ਕਿ ਰਾਜਵੀਰ ਨਾਂ ਦੇ ਇੱਕ ਬੇਹੋਸ਼ ਮਰੀਜ਼ ਨੂੰ ਦੋ ਸਾਥੀ ਸਵੇਰੇ ਲਗਭਗ 9 ਵਜੇ ਹਸਪਤਾਲ ਲੈ ਕੇ ਆਏ ਸੀ। ਪਹਿਲੀ ਗੱਲ ਕਿ ਸਵੇਰ ਦਾ ਵਾਕਿਆ ਹੋ ਗਿਆ, ਵੀ ਬਾਹਰ ਕੋਈ ਸੱਟ ਨਹੀਂ ਸੀ। ਅਸੀਂ ਤੁਰੰਤ ਇੰਜੈਕਸ਼ਨ ਤੇ ਦਵਾਈਆਂ ਦੇ ਕੇ ਲਗਭਗ 15-20 ਮਿੰਟ ਤੱਕ ਹੋਸ਼ ਚ ਲਿਆਉਣ ਦਾ ਯਤਨ ਕੀਤਾ। ਸਾਨੂੰ ਲੱਗਾ ਕਿ ਮਰੀਜ਼ ਨੂੰ ਵੱਡੇ ਹਸਪਤਾਲ ਚ ਲਿਜਾਣਾ ਚਾਹੀਦਾ, ਇਸ ਲਈ ਅਸੀਂ ਅੱਛਾ। ਠੀਕ ਆ। ਠੀਕ ਹੈ ਜੀ। ਉਹਨਾਂ ਨੇ ਕਿਹਾ ਕਿ ਉਸ ਸਮੇਂ ਇਹ ਨਹੀਂ ਸੀ ਪਤਾ ਕਿ ਇਹ ਜ਼ਖਮੀ ਵਿਅਕਤੀ ਜਿਹੜਾ ਹੈ ਉਹ ਕੋਈ ਬਹੁਤ ਵੱਡਾ ਸਿੰਗਰ ਹੈ ਜੀ। ਤਾਂ ਹਸਪਤਾਲ ਨੇ ਸਾਰੀ ਸੀਸੀਟੀਵੀ ਫੁਟੇਜ ਵਗੈਰਾ ਜਿਹੜੀ ਜਾਰੀ ਕੀਤੀ, ਦੇਤੀ। ਜਿਸ ਚ ਉਹਨਾਂ ਨੇ ਮਤਲਬ ਕਿ ਕੁਝ ਵਿਅਕਤੀਆਂ ਨੂੰ ਲਿਆਉਂਦਿਆਂ ਦਿਖਾਇਆ ਹੈ। ਤਾਂ ਖੈਰ ਇਹ ਮਤਲਬ ਕਿ ਇਸ ਮਾਮਲੇ ਦੇ ਵਿੱਚ ਕੁਝ ਚੀਜ਼ਾਂ ਨਵੀਆਂ ਆਪਣੇ ਸਾਹਮਣੇ ਆਈਆਂ, ਜਿਨ੍ਹਾਂ ਦੇ ਵਿੱਚ ਪੁਖਤਾ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਐਕਚੁਅਲ ਚ ਇਹ ਐਕਸੀਡੈਂਟ ਹਿਮਾਚਲ ਚ ਨਹੀਂ, ਹਰਿਆਣੇ ਚ ਹੋਇਆ ਸੀ। ਅਨਲਿਮਿਟ ਜੀ, ਮੈਂ ਤਾਂ ਇਹ ਗੱਲ ਪੁੱਛਦਾ ਸੀਗਾ ਵੀ ਜਿਹੜੇ ਜਿੱਥੇ ਕਿਤੇ ਵੀ ਕਿਸੇ ਵੀ ਜ਼ਖਮੀ ਨੂੰ ਲਿਜਾਇਆ ਜਾਂਦਾ, ਜਿਵੇਂ ਹੁਣ ਤੁਸੀਂ ਦੱਸਿਆ ਵੀ ਉੱਥੇ ਤਿਕੋਣੀ ਜੀ ਬਣ ਜਾਂਦੀ, 3 ਸਟੇਟਾਂ ਮਿਲ ਜਾਂਦੀਆਂ। ਮੈਨੂੰ ਲੱਗਦਾ ਵੀ ਜਿਵੇਂ ਡੱਬ ਵਾਲੀ ਦੇ ਨੇੜੇ ਤੇੜੇ ਜਾ ਕੇ ਉਧਰੋਂ ਹਰਿਆਣਾ ਆ ਜਾਂਦਾ, ਇੱਧਰੋਂ ਪੰਜਾਬ ਲੱਗ ਜਾਂਦਾ, ਉੱਧਰੋਂ ਰਾਜਸਥਾਨ ਵੀ ਛੇਤੀ ਸ਼ੁਰੂ ਹੋ ਜਾਂਦਾ ਨੇੜੇ ਉੱਥੇ, ਉਸ ਹਿਸਾਬ ਜਿਹਦਾ ਹੋਣਾ ਜਿਓਗ੍ਰਾਫੀਕਲੀ। ਪਰ ਕੀ ਇਹ ਵੇਖਿਆ ਜਾਂਦਾ ਵੀ ਕਿੱਥੇ ਹੋਇਆ ਤੇ ਫਿਰ ਉਸੇ ਜੂਰੀਡਿਕਸ਼ਨ ਦੇ ਨਾਲ ਸੰਬੰਧਿਤ ਹਸਪਤਾਲ ਦੇ ਵਿੱਚ ਲਿਜਾਇਆ ਜਾਵੇ? ਪਰ ਮੇਰਾ ਸਵਾਲ ਸੀਗਾ ਫਸਟ ਏਡ ਨੂੰ ਲੈ ਕੇ। ਫਸਟ ਏਡ ਤਾਂ ਫਿਰ ਸ਼ਾਇਦ ਉਹਨਾਂ ਨੇ ਦੇਣ ਦਾ ਯਤਨ ਕੀਤਾ ਹੀ ਹੈ। ਦਿੱਤੇ ਹੈ, ਹਾਂਜੀ ਹਾਂਜੀ। ਹਾਂਜੀ। ਤਾਂ ਪਰ ਜੇ ਮੰਨ ਲਓ ਜੂਰਿਸਡਿਕਸ਼ਨ ਤਾਂ ਹੀ ਹੁੰਦਾ ਨਾ ਕਿ ਵੈਸੇ ਕੋਈ ਹੁੰਦਾ ਨਹੀਂ, ਪਰ ਕਈ ਵਾਰ ਹਸਪਤਾਲ ਸੋਚਦੇ ਆ ਨਾ ਐਕਸੀਡੈਂਟ ਕੇਸ ਹੈ ਜਾਂ ਲੜਾਈ ਦਾ ਕੇਸ ਹੈ, ਤਾਂ ਸਿਵਲ ਹਸਪੀਟਲ ਰੈਫਰ ਕਰਦੇ ਕਿ ਸਿਵਲ ਹਸਪੀਟਲ ਅੱਗੇ ਆਪੇ ਰੈਫਰ ਕਰ ਦੇਗਾ, ਕਾਗਜ਼ੀ ਕਾਰਵਾਈ ਕਰ, ਕਈ ਵਾਰ ਉਸ ਤਰ੍ਹਾਂ ਵੀ ਕਰ ਦਿੰਦੇ। ਜੀ ਜੀ। ਤੇ ਮੈਨੂੰ ਜੀ ਰਾਜਸਥਾਨ ਤੋਂ ਇੱਕ ਬੜੀ ਮੰਦਭਾਗੀ ਖਬਰ ਆ ਰਹੀ ਹੈ, ਚਲਦੀ ਬੱਸ ਦੇ ਵਿੱਚ ਅੱਗ ਲੱਗ ਗਈ ਹੈ ਜੀ। ਹਾਂਜੀ, ਕਾਫੀ ਜਾਨੀ ਨੁਕਸਾਨ ਹੋ ਗਿਆ ਜੀ ਇਹਦੇ ਵਿੱਚ। ਆਪਾਂ ਕਹਿ ਲਈਏ ਤਾਂ ਮੇਰੇ ਖਿਆਲ ਦੇ ਨਾਲ ਇਸ ਵੇਲੇ ਤੱਕ ਜਿਹੜੀ ਖਬਰ ਹੈ ਕਿ 20 ਯਾਤਰੀ ਜ਼ਿੰਦਾ ਜਲ ਗਏ ਨੇ।
ਓਹੋ 15 ਝੁਲਸ ਗਏ ਨੇ ਤੇ ਹੂੰ ਬਚਣ ਵਾਸਤੇ ਚੱਲਦੀ ਬੱਸ ਦੇ ਵਿੱਚ ਵੀ ਕੁਝ ਲੋਕ ਕੁੱਦੇ ਆ, ਬੱਚੇ ਵੀ ਸੀਗੇ। ਬੱਸ ਹੂੰ ਦਾ ਹਾਲ ਵੇਖਿਆ ਨਹੀਂ ਜਾਂਦਾ। 57 ਲੋਕ ਇਹਦੇ ਵਿੱਚ ਸਵਾਰ ਸੀ, ਜਿਹੜੇ ਬਚੇ ਆ ਉਹ ਹੂੰ ਵੀ ਲਗਭਗ 70% ਬਰਨ ਨੇ, ਤੁਸੀਂ ਓਹ ਹਿਸਾਬ ਲਾ ਲਓ। ਤਾਂ ਹੂੰ ਮਤਲਬ ਕਿ ਬਹੁਤ ਹੀ ਭਿਆਨਕ ਅਗਨੀਕਾਂਡ ਹੋਇਆ। ਹੂੰ ਤੇ ਮੇਰੇ ਖਿਆਲ ਦੇ ਨਾਲ ਜੇ ਆਪਾਂ ਦੇਖੀਏ ਤਾਂ ਇਹਦੇ ਵਿੱਚ ਇਹੋ ਆ ਨਾ ਕਿ ਜਿਹੜਾ ਇਹ ਜੈਸਲਮੇਰ ਦੇ ਥਾਯਾਤ ਪਿੰਡ ਦੇ ਵਿੱਚ ਹੋਇਆ, ਤਾਂ ਉਹਦੇ 'ਚ ਬਹੁਤ ਜ਼ਿਆਦਾ ਇੱਕ ਤਾਂ ਯਾਤਰੂ ਭਰੇ ਹੋਏ ਸਨ। ਹੂੰ ਹੂੰ ਠੀਕ ਹੈ ਨਾ ਜੀ, ਬੱਸ ਦੇ ਵਿੱਚ ਸਵਾਰ ਸਨ। ਤਾਂ ਹੂੰ ਫਿਰ ਜਦੋਂ ਇਸ ਤਰ੍ਹਾਂ ਦੀ ਬੱਸ ਨੂੰ ਅੱਗ ਲੱਗਦੀ ਹੈ ਤਾਂ ਉਹ ਚੁਫੇਰਿਓਂ ਪੈ ਗਈ। ਹੂੰ ਤਾਂ ਬਹੁਤ ਘੱਟ ਚਾਂਸ ਸੀ ਲੋਕਾਂ ਕੋਲ ਬਚਣ ਦਾ। ਸੋ ਬਹੁਤ ਮੰਦਭਾਗੀ ਘਟਨਾ ਵਾਪਰ ਗਈ ਹੈ ਜੀ। ਅੱਗ ਜੀ ਦਾ ਗੋਲਾ ਬਣ ਗਈ ਬੱਸ। ਜੀ ਬਹੁਤ ਮੰਦਭਾਗੀ ਘਟਨਾ। ਮਿੰਟੂ ਜੀ ਜਿਹੜੇ 70% ਝੁਲਸੇ ਹੋਏ ਆ, ਪਤਾ ਨਹੀਂ ਉਹਨਾਂ ਨਾਲ ਕੀ ਬਣਨਾ, ਕਿਵੇਂ ਉਹਨਾਂ ਨੂੰ ਹਾਂਜੀ, ਜ਼ਿੰਦਗੀ ਮੌਤ ਦੀ ਜ਼ਿਆਦਾਤਰ ਲੜਾਈ ਹੈ। ਦੱਸਦੇ ਆ ਕਿ 60-70% ਬਰਨ ਨੇ। ਜੀ ਜੀ ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।